ਤੇ ਹੁਣ ਬੇਨਤੀ ਆ ਸਰਦਾਰ ਗੁਰਦੇਵ ਸਿੰਘ ਮਰਾਣਾ ਜੀ ਨੂੰ, ਜੋ ਸਾਬਕਾ ਡੀਓ ਨੇ, ਮਹਾਰਿਸ਼ੀ ਵਾਲਮੀਕੀ ਦੇ ਜੀਵਨ ਤੇ ਕਾਰਜਾਂ ਤੇ ਚਾਨਣਾ ਪਾਉਣਗੇ। ਸਾਡੇ ਬੜੇ ਲੰਬੇ ਸਮੇਂ ਤੋਂ ਇਹਨਾਂ ਦਾ ਜਿਹੜਾ ਨਾਮ ਆ ਬਹੁਤ ਹਲਕਿਆਂ ਦੇ ਵਿੱਚ ਜਿਹੜਾ ਆਉਂਦਾ ਰਿਹਾ, ਵੱਡੀ ਪੱਧਰ ਦੇ ਉੱਤੇ ਉਹ ਗੱਲ ਕਰ बहुत ही सत्कारयोग प्रधान जी, प्रधानगी मंडल ਅਤੇ मेरे ਸਾਹਿਤਕਾਰ ਭੈਣੋਂ ਤੇ ਭਰਾਵੋ, ਅੱਜ ਤੁਸੀਂ ਮੈਨੂੰ ਬਹੁਤ ਵੱਡਾ ਮਾਣ ਦਿੱਤਾ ਹੈ। मैं ਉਹਦੇ ਲਈ ਤੁਹਾਡਾ ਧੰਨਵਾਦੀ ਹਾਂ। ਸਭ ਤੋਂ ਪਹਿਲਾਂ ਅਸੀਂ ਗੁਰਫਤਿਹ ਸਾਂਝੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮਹਾਰਿਸ਼ੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਤੇ ਇਕੱਠੇ ਹੋਏ ਹਾਂ। ਉਹਨਾਂ ਦੇ ਪ੍ਰਗਟ ਦਿਵਸ ਤੇ ਆਪ ਜੀ ਨੂੰ ਲੱਖ ਲੱਖ ਮੁਬਾਰਕਾਂ। ਮਹਾਰਿਸ਼ੀ ਜੀ ਇੱਕ ਬਹੁਤ ਵੱਡੀ शख्सियत सन। वो महान कवि, संगीतकार, धनुषधारी, विद्यादानी, अध्यात्मक गुरु रहे हैं। पहला तो मैं इस रब्बी रहबर नूं ਝੁਕ ਕੇ ਸਾਦਰ ਪ੍ਰਣਾਮ ਕਰਦਾ ਹਾਂ, ਜਿਨ੍ਹਾਂ ਦਾ ਅੱਜ ਪ੍ਰਗਟ ਦਿਵਸ ਹੈ। ਮਹਾਰਿਸ਼ੀ ਵਾਲਮੀਕੀ ਜੀ ਬਾਰੇ ਵੱਖਰੇ ਵੱਖਰੇ ਇਤਿਹਾਸਕਾਰਾਂ ਦੇ ਵੱਖਰੇ ਵੱਖਰੇ ਵਿਚਾਰ। ਇਹਨਾਂ ਦਾ ਜਨਮ 960 ਪੂਰਵ ਈਸਵੀ ਵਿੱਚ ਮਹਾਨ ਮਾਤਾ ਚਰਸਨੀ ਜੀ ਦੀ ਕੁੱਖੋਂ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਬਰਨੂ ਪ੍ਰਚੇਤਾ ਜੀ ਅਤੇ ਦਾਦਾ ਦਾ ਨਾਮ ਕਰਦਮ ਰਿਸ਼ੀ ਸੀ ਅਤੇ ਇਹਨਾਂ ਦੇ ਪੜਦਾਦਾ ਬਰਮਾ ਜੀ ਸਨ। ਇਹਨਾਂ ਦੀ 180 ਸਾਲ ਦੀ ਉਮਰ ਸੀ। ਉਹ ਉਮਰ ਹੋ ਕੇ ਬਰਮਲੀਨ ਹੋ ਗਏ। ਅੱਗੇ ਇਹਨਾਂ ਦੀ ਪੀੜ੍ਹੀ ਕੋਈ ਚੱਲ ਨਹੀਂ ਰਹੀ, ਕਿਉਂਕਿ ਮਹਾਰਿਸ਼ੀ ਜੀ ਨੇ ਆਪ ਵਿਆਹ ਨਹੀਂ ਸੀ ਕਰਵਾਇਆ। ਬਰਨੂ ਪ੍ਰਚੇਤਾ ਜੀ ਸੱਖਰ ਲੋੜੀ ਦੇ ਸਥਾਨ ਤੇ ਰਾਜ ਕਰਿਆ ਕਰਦੇ ਸਨ। ਆਰੀਆ ਲੋਕਾਂ ਨੇ ਉਹਨਾਂ ਤੋਂ ਉਹਨਾਂ ਦਾ ਰਾਜ ਖੋਹ ਲਿਆ ਅਤੇ ਉਹ ਮੁਲਤਾਨ, ਜਿਸ ਨੂੰ ਪਾਕਪਟਨ ਕਹਿੰਦੇ ਨੇ, ਸਪਤ ਸਿੰਧੂ ਵੀ ਕਹਿੰਦੇ ਹਨ, ਉੱਥੇ ਆ ਕੇ ਰਾਜ ਕਰਨ ਲੱਗ ਪਏ। ਇਹਨਾਂ ਦੇ ਬਾਰੇ ਸਰਦਾਰ ਕਰਨੈਲ ਸਿੰਘ ਸੋਹਤਾ ਨੇ ਆਪਣੀ ਬੁੱਕ ਗਿਆਨ ਸਰੋਵਰ ਵਿੱਚ ਇਹ ਗੱਲ ਲਿਖੀ ਹੈ ਕਿ ਇਹ ਮੁਲਤਾਨ ਦੇ ਰਾਜੇ ਸਨ। ਹੁਣ ਮੁਲਤਾਨ ਵੀ ਇਹਨਾਂ ਦੇ ਹੱਥੋਂ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਬਰਨ ਦੇ ਇਹ ਨਾਗਵੰਸ਼ੀ ਰਾਜਾ ਸਨ, ਜੋ ਨਾਗ ਲੋਕਾਂ ਤੇ ਰਾਜ ਕਰਦੇ ਸਨ। ਨਾਗਪੁਰ ਨਾਗਵੰਸ਼ੀ ਰਾਜਿਆਂ ਨੇ ਹੀ ਵਸਾਇਆ, ਜਿਹੜਾ ਅੱਜ ਵੀ ਬਹੁਤ ਵੱਡਾ ਕੇਂਦਰ ਹੈ।
ਉਸ ਕੇਂਦਰ ਦੇ ਵਿੱਚ ਵਿਦਿਆ ਵੀ ਬਹੁਤ ਵੱਡੀ ਦਿੱਤੀ ਜਾਂਦੀ ਸੀ ਤੇ ਕਬੀਲੇ ਤਾਂ ਹੋਰ ਵੀ ਸਨ, ਪਰ ਇਹਨਾਂ ਨੂੰ ਨਾਗਵੰਸ਼ੀ ਕਿਹਾ ਜਾਂਦਾ ਹੈ। ਉਸ ਸਮੇਂ ਜਾਤ ਪਾਤ ਸਮਾਜ ਵਿੱਚ ਨਹੀਂ ਸੀ, ਫਿਰ ਵੀ ਕਿਹਾ ਜਾਂਦਾ ਹੈ ਕਿ ਉਹ ਖੱਤਰੀ ਵੰਸ਼ ਦੇ ਸਨ। ਕਿਹਾ ਜਾਂਦਾ ਹੈ, ਜਾਤ ਪਾਤ ਨਹੀਂ ਸੀ। ਪਰ ਕਈ ਮਿਥਿਹਾਸਕਾਰਾਂ ਨੂੰ ਉਹ ਮਿਥਿਹਾਸਕਾਰ ਉਹਨਾਂ ਨੂੰ ਬ੍ਰਾਹਮਣ ਕਹਿੰਦੇ ਹਨ, ਜਿਸ ਨਾਲ ਮੈਂ ਸਹਿਮਤ ਨਹੀਂ ਹਾਂ। ਕਿਉਂਕਿ ਜਾਤ ਪਾਤ ਦਾ ਕੋੜ ਤਾਂ ਆਰੀਆ ਲੋਕਾਂ ਦੇ ਆਉਣ ਦੇ ਨਾਲ ਹੀ ਸ਼ੁਰੂ ਹੋਇਆ। ਇੱਕ ਸ੍ਰੀ ਸੰਜੇ ਜੀ ਬਜਾਜ ਮੁੰਬਈ ਤੋਂ ਹੋਏ ਨੇ। ਉਹਨਾਂ ਨੇ ਆਪਣੀ ਬੁੱਕ ਦੇ ਵਿੱਚ ਬ੍ਰਾਹਮਣ ਤਤਵਤੀ ਮਾਰਤੰਡ ਉਹਨਾਂ ਦੀ ਕਿਤਾਬ ਦਾ ਨਾਮ ਹੈ। ਇਹਨਾਂ ਵਿੱਚ ਉਹਨਾਂ ਨੇ ਕਿਹਾ ਵਾਲਮੀਕ ਜੀ ਬ੍ਰਾਹਮਣ ਸਨ, ਉਹ ਗਊ ਦੀ ਸੇਵਾ ਕਰਿਆ ਕਰਦੇ ਸਨ, ਪਰ ਵੱਖ-ਵੱਖ ਵਿਚਾਰਵਾਨ ਇਤਿਹਾਸਕਾਰ ਇਸ ਗੱਲ ਨਾਲ ਬਹੁਤੇ ਸਹਿਮਤ ਨਹੀਂ। ਕਿਉਂ? ਇਹਨਾਂ ਦੇ ਸਹਿਮਤ ਕਿਉਂ ਨਹੀਂ ਹੋਏ? ਇਹ ਗੱਲ ਮੈਂ ਪਹਿਲਾਂ ਕਰ ਚੁੱਕਿਆ ਵੀ ਜਾਤ ਪਾਤ ਤਾਂ ਹੈ ਨਹੀਂ ਸੀ, ਜਦ ਬ੍ਰਾਹਮਣਵਾਦ ਕਿੱਥੇ ਸੀ। ਹੁਣ ਅਸੀਂ ਇਹਨਾਂ ਦੇ ਨਾਮ ਬਾਰੇ ਥੋੜਾ ਜਿਹਾ ਵਿਚਾਰ ਕਰਦੇ ਹਾਂ। ਬਰਮਾ ਦੇ ਪੜਪੋਤਰੇ ਹੋਣ ਕਰਕੇ ਕੁਝ ਲੋਕ ਇਹਨਾਂ ਨੂੰ ਬ੍ਰਾਹਮਣ ਨਹੀਂ ਬ੍ਰਾਹਮਣ ਕਹਿਣ ਲੱਗ ਪਏ ਸੀ, ਕਿਉਂਕਿ ਇਹਨਾਂ ਨੇ ਜਿਹੜੀ ਮੈਂ ਦੱਸੇ ਦਿੱਤਾ, ਇਹਨਾਂ ਦੇ ਦਾਦਾ ਪੜਦਾਦਾ ਬ੍ਰਾਹਮਣ ਸੀ। ਜਿਹੜੇ ਬ੍ਰਾਹਮਣ ਦੇ ਇਹ ਪੜਪੋਤਰੇ ਸਨ, ਕੁਝ ਲੋਕ ਤਰਕ ਨਾਲ ਇਹਨਾਂ ਨੂੰ ਤੇਜ਼ ਕਰਕੇ ਥੋੜਾ ਜਿਹਾ ਵਿਗਾੜ ਕਰਕੇ ਬ੍ਰਾਹਮਣ ਹੀ ਕਹਿਣ ਲੱਗ ਪਏ। ਪਰ ਅੱਜ ਦੇ ਜਿਹੜੇ ਤਰਕਸ਼ੀਲ ਵਿਚਾਰ ਨੇ, ਪ੍ਰਗਤੀਵਾਦੀ ਵਿਚਾਰ ਨੇ, ਉਹ ਵਿਚਾਰਾਂ ਵਾਲੇ ਜਾਤ ਪਾਤ ਬਾਰੇ ਕੋਈ ਬਹੁਤਾ ਪੱਖ ਨਹੀਂ ਲਿਖਦੇ। ਨਾਮ ਬਾਰੇ ਇਹਨਾਂ ਦੇ ਵਿਚਾਰ, ਇਹਨਾਂ ਦੇ ਨਾਮ ਬਾਰੇ ਇਤਿਹਾਸਕਾਰ ਅਤੇ ਮਿਥਿਹਾਸਕਾਰ ਸਹਿਮਤ ਹਨ। ਇੱਕ ਗੱਲ ਤੇ ਸਹਿਮਤ ਨਹੀਂ, ਉਹ ਕਿਹੜੀ ਗੱਲ ਹੈ? ਇਹਨਾਂ ਦੇ ਨਾਮ। ਉਹ ਕੀ? ਇਹਨਾਂ ਦਾ ਨਾਮ ਰਤਨਾਕਰ ਸੀ। ਕਰ, ਰਤਨ, ਕਰ। ਇਹ ਕਰ ਜਿਹੜਾ ਹੈ, ਇਹ ਆਪਣੇ ਪਿੰਡਾਂ ਦੇ ਵਿੱਚ ਪਿਛਲੇ ਲੋਕ ਲਾ ਲੈਂਦੇ ਸੀ, ਮੈਂ ਅਨਪੇੜ ਕਰ। ਸੋ ਇਹ ਅਸਲ ਚ ਨਾਮ ਜਿਹੜਾ ਹੈ ਉਹ ਰਤਨ ਹੀ ਸੀ। ਰਤਨ ਨਾਮ ਅੱਜ ਵੀ ਪ੍ਰਚਲਿਤ ਹੈ ਪਿੰਡਾਂ ਦੇ ਵਿੱਚ। ਸਰਦਾਰ ਰਤਨ ਸਿੰਘ ਰਤਨ ਨਾਮ ਆਮ ਪ੍ਰਚਲਿਤ ਹੈਗਾ। ਰਤਨਾਕਰ ਇਹਨਾਂ ਦਾ ਨਾਮ ਹਰ ਕਥਾ ਦੇ ਵਿੱਚ ਆਉਂਦਾ ਹੈ। ਵਧੀਆ ਗੱਲ, ਇਹ ਪ੍ਰਚੇਤਾ ਜੀ ਦੇ 9ਵੇਂ ਰਤਨ ਸੀ। ਕਈ ਇਤਿਹਾਸਕਾਰ ਤਾਂ 10ਵਾਂ ਰਤਨ ਦੱਸਦੇ ਨੇ, ਪਰ ਬਹੁਤਿਆਂ ਨੇ ਜਿਹੜੀ ਗੱਲ ਲਿਖੀ ਹੈ ਇਹ 9ਵੇਂ ਉਹਨਾਂ ਦੇ ਵਿੱਚ ਸੀ। 9ਵੇਂ ਰਤਨ ਸਨ। ਇਹ ਬਹੁਤ ਯੋਗ, ਅਨੁਭਵੀ, ਆਗਿਆਕਾਰੀ, ਸਵਦਾਹੀਨ, ਦਿਵ ਦ੍ਰਿਸ਼ਟੀ ਵਾਲੇ ਬੰਦੇ ਸੀ। ਬਹੁਤ ਉੱਚੀ ਸੋਚ ਦੇ ਮਹਾਨ ਕਵੀ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹਨਾਂ ਦਾ ਨਾਮ ਵਾਲਮੀਕ ਕਿਵੇਂ ਪਿਆ? ਇੱਥੇ ਮੈਂ ਬਾਹਲੀ ਕਲੀਅਰ ਕਰਦਾ ਇੱਕ ਗੱਲ। ਕਈ ਲੋਕ ਬੱਬੇ ਨਾਲ ਵਾਲਮੀਕ ਕਹਿੰਦੇ, ਕਈ ਵਾਵੇ ਨਾਲ ਕਹਿੰਦੇ, ਪਰ ਅਰਥ ਦੋਹਾਂ ਦਾ ਇੱਕੋ ਹੀ। ਨੌ ਕਿਵੇਂ ਪਿਆ? ਮੁਲਤਾਨ ਦੀ ਹਾਰ ਤੋਂ ਬਾਅਦ
ਆਰੀਆ ਲੋਕਾਂ ਨੇ ਆਮ ਨਾਗਰਿਕਾਂ ਤੇ ਬਹੁਤ ਜ਼ੁਲਮ ਢਾਇਆ। ਉਹਨਾਂ ਤੋਂ ਬਹੁਤ ਨੀਚ ਕੰਮ ਕਰਾਉਣ ਲੱਗ ਪਏ। ਉਹਨਾਂ ਨੂੰ ਸ਼ੂਦਰ ਬਣਾ ਲਿਆ। ਰਤਨਾਕਰ ਜੀ ਉੱਥੋਂ ਕੁਝ ਸਾਥੀਆਂ ਨਾਲ ਜੰਗਲ ਦੇ ਵਿੱਚ ਆ ਕੇ ਰਹਿਣ ਲੱਗ ਪਏ। ਉੱਥੇ ਹੀ ਇਹਨਾਂ ਦੇ ਉਹ ਜੰਗਲ ਨੂੰ ਮੰਗਲ ਬਣਾ ਦਿੱਤਾ। ਹੁਣ ਰਾਜੇ ਦਾ ਪੁੱਤ ਸੀ। ਰਾਜੇ ਦੇ ਪੁੱਤ ਹੋਣ ਕਰਕੇ ਅੰਦਰ ਦਾ ਰਾਜ ਭਾਗ ਛੱਡਣ ਦਾ ਉਹਨਾਂ ਨੂੰ ਬਹੁਤ ਵੱਡਾ ਗਮ ਸੀ। ਉਹਨਾਂ ਨੇ ਆਪਣੇ ਸਾਥੀ ਗੁਰੀਲੇ ਇਕੱਠੇ ਕੀਤੇ ਤੇ ਇਹ ਗੁਰੀਲਾ ਵਾਰ ਕਰਦੇ ਰਹੇ। ਤਾਂ ਹੀ ਇਹਨਾਂ ਨੂੰ ਕਈ ਲੋਕ ਡਾਕੂ ਵੀ ਕਹਿਣ ਲੱਗ ਪਏ। ਗੁਰੀਲਾ ਵਾਰ ਜਦੋਂ ਸਿੱਖ ਆਪਣੇ ਜੰਗਲਾਂ ਦੇ ਵਿੱਚ ਸੀ, ਉਹ ਵੀ ਗੁਰੀਲਾ ਵਾਰ ਕਰ ਦਿੰਦੇ। ਪਰ ਇਸੇ ਗੱਲ ਦੇ ਵੀ ਗੁਰੀਲਾ ਵਾਰ ਕਰਦੇ ਸੀ, ਉਹਨਾਂ ਨੂੰ ਡਾਕੂ ਕਹਿਣਾ ਇਹ ਇਤਿਹਾਸ ਦੇ ਨਾਲ ਬਹੁਤ ਬੇਬੁਨਾਈ ਹੈ। ਯੁੱਧ ਦੇ ਵਿੱਚ ਕਿਉਂਕਿ ਆਰੀਆਂ ਦਾ ਬਹੁਤ ਜ਼ਿਆਦਾ ਜ਼ੋਰ ਸੀ, ਪਰ ਅਸੀਂ ਸਾਡੇ ਰਾਜਿਆਂ ਨੇ ਆਰੀਆ ਲੋਕਾਂ ਦਾ ਬਹੁਤ ਜ਼ਿਆਦਾ ਸਾਥ ਦਿੱਤਾ। ਇਸ ਕਰਕੇ ਜਿਹੜੇ ਆਰੀਆ ਲੋਕ ਸੀ ਬਹੁਤ ਭਾਵੁਕ ਹੋ ਗਏ। ਇਹਨਾਂ ਨੇ ਇਸ ਨੂੰ ਨਮੋਸ਼ੀ ਮੰਨ ਕੇ ਆਪਣਾ ਚਿੰਤਨ ਆਪ ਕਰਨਾ ਸ਼ੁਰੂ ਕਰ ਦਿੱਤਾ। ਕੁਝ ਕੁ ਸਾਥੀਆਂ ਦੇ ਆ ਗਏ ਨਾਲ, ਉਹਨਾਂ ਨੂੰ ਭੰਗੀ ਕਹਿਣ ਲੱਗ ਪਏ। ਇਹਨਾਂ ਦੇ ਆਸ਼ਰਮ ਵਿੱਚ ਉਹ ਰਹਿੰਦੇ ਸੀ। ਇਹਨਾਂ ਨੇ ਆਪਣੇ ਆਪ ਨੂੰ, ਆਪਣੇ ਮਨ ਨੂੰ ਭੋਖਣ ਦੇ ਲਈ ਸੁੰਨ ਸਮਾਧੀ ਲਾ ਕੇ, ਇਹ ਕਿਹਾ ਜਾਂਦਾ ਹੈ ਕਿ ਜਿਹੜੇ ਪੁਰਾਣੇ ਰਿਸ਼ੀ ਮੁਨੀ ਸੀ ਇਹ ਸੁੰਨ ਸਮਾਧੀ ਲਾਉਂਦੇ। ਕੁਝ ਕੁ ਵਿਗਿਆਨਕ ਤੱਤ ਵੀ ਹੈ ਕਿ ਹਵਾ ਦੇ ਵਿੱਚੋਂ ਉਹਨਾਂ ਨੂੰ ਖੁਰਾਕ ਮਿਲਦੀ ਹੁੰਦੀ, ਕਿਉਂਕਿ ਆਕਸੀਜਨ ਹੈ। ਆਕਸੀਜਨ ਦੇ ਤੌਰ ਤੇ ਉਹ ਸਮਾਧੀ ਦੇ ਵਿੱਚ ਜੀਵਤ ਰਹੇ। ਜਿੱਥੇ ਬੈਠੇ ਸੀ ਉੱਥੇ ਇੱਕ ਕੁੱਲੀ ਪਾਈ ਬੈਠੇ। ਇਹਦਾ ਪੌਣਹਾਰੀ ਹੋ ਗਿਆ। ਇੱਕ ਦਿਨ ਕੁਦਰਤੀ ਉਹ ਝੱਖੜ ਹਨੇਰੀ ਚੱਲੀ। ਇਹਨਾਂ ਦੀ ਜਿਹੜੀ ਛਪਰੀ ਸੀ, ਕੁੱਲੀ ਸੀ, ਉਹ ਟੇਢੀ ਹੋ ਗਈ ਇਹਨਾਂ ਦੇ ਉੱਤੇ। ਇਹ ਅੰਦਰ ਬੈਠੇ ਆਪਣਾ ਦਿਵ ਦ੍ਰਿਸ਼ਟੀ ਦੇ ਨਾਲ ਆਪਣਾ ਧਿਆਨ ਜੋੜ ਕੇ ਬੈਠੇ ਸੀ। ਜਦੋਂ ਕੁੱਲੀ ਝੁਕੀ, ਉਹ ਹਨੇਰੀਆਂ ਦਾ ਮਿੱਟੀ ਘੱਟਾ ਕੁੱਲੀ ਦੇ ਉੱਤੇ ਇਕੱਠਾ ਹੋ ਗਿਆ ਤੇ ਜਿੱਥੇ ਮਿੱਟੀ ਘੱਟਾ ਉੱਥੇ ਦੀਮਕ ਆ ਜਾਂਦੀ ਹੈ। ਦੀਮਕ ਆ ਗਈ। ਉਹਨਾਂ ਨੇ ਆਪਣਾ ਮਿੱਟੀ ਦਾ ਰੰਗ ਦਿਖਾਇਆ। ਉਹਨਾਂ ਨੇ ਇੱਕ ਬਰਮੀ ਬਣਾ ਲਈ। ਬਰਮੀ ਵਰਗਾ ਇਹਨਾਂ ਦਾ ਉਸ ਜਿਹੜਾ ਛੱਪਰ ਸੀ ਜਾਂ ਕੁੱਲੀ ਸੀ, ਉਹਦਾ ਰੂਪ ਇਸ ਤਰ੍ਹਾਂ ਹੋ ਗਿਆ। ਇਹਦੇ ਤੋਂ ਦੇ ਨਾਰਦ ਜੀ ਆਏ। ਉਹਨਾਂ ਨੇ ਇਹਨਾਂ ਨੂੰ ਉਸ ਬਰਮੀ ਦੇ ਵਿੱਚੋਂ ਕੱਢਿਆ ਅਤੇ ਬਰਮੀ ਕਰਕੇ ਇਹਨਾਂ ਦਾ ਨਾਮ ਵਾਲਮੀਕ ਰੱਖਿਆ। ਇਹਨਾਂ ਨੇ ਰੱਖਿਆ ਰਤਨਾਕਰ ਤੋਂ ਕੀ ਬਣ ਗਏ? ਵਾਲਮੀਕ। ਉਹ ਬਰਮੀ ਦੇ ਨਾਂ ਨਾਲ ਇਹਨਾਂ ਦਾ ਵਾਲਮੀਕ ਬਣ ਗਿਆ ਨਾਂ। ਇਹਨਾਂ ਨੇ ਰਿਸ਼ੀ ਨਾਰਦ ਜੀ ਨੂੰ ਆਪਣਾ ਗੁਰੂ ਮੰਨਿਆ। ਰਤਨਾਕਰ ਤੋਂ ਵਾਲਮੀਕ ਬਣ ਗਏ। ਭਾਰਤ ਵਿੱਚ ਇੱਕ ਚੀਜ਼ ਬਹੁਤ ਮਸ਼ਹੂਰ ਹੈ। ਉਹ ਕੀ ਹੈ? ਅੰਧ ਵਿਸ਼ਵਾਸ। ਅਸੀਂ ਮਾਰੀ ਕਾਹਦੇ ਫਿਰ ਸੀ? ਅੰਧ ਵਿਸ਼ਵਾਸ ਤੇ। ਅਸੀਂ ਗੁਲਾਮ ਕਿਉਂ ਰਹੇ? ਅੰਧ ਵਿਸ਼ਵਾਸ ਤੇ। ਇਹ ਅੰਧ ਵਿਸ਼ਵਾਸ ਫੈਲਾਇਆ ਕਿਹਨੇ ਹੈ?
आप पूजा कर लो जी, दाखत की भी कर ली, बरमी की भी कर ली, सप की भी कर ली, पानी की भी कर ली, सूरज की भी कर ली। एक बहुत बड़ी साइंस है। जे किसी को गुलाम बनाना हो ना, उस अंध विश्वास के फसा दो। अज भी असीं पंजाब दे विच, इंडिया दे विच अंध विश्वास फसे। उन्होंने ये अंध विश्वास करके ही असीं गुलाम रहे। ये चीज अज भी बहुत ज्यादा करते हैं। तो आर्य लोगों ने अपने जिहड़े धर्म ग्रंथ ने, वो धर्म ग्रंथों के विच इन्ना अंध विश्वास परोस के दिता है। तुसीं पढ़ लो, कुरान पढ़ लो, पुराने वेद पढ़ लो। जिहड़ा अज विग्यानक सोच वाला बंदा है, वो कदे बहुता इन्हां दे नाल सहमत नहीं। सो इन्हां दे कई लोग अंध विश्वासी किन्ने कहते जी कमल की नाभ विचों पैदा होए। गुरश्रीमान जी कही कहते एक छिप्पी दे विचों पैदा होए। वो बरमी दे विचों तां इन्हां नूं कढिया सी, कहते बरमी दे विचों ही पैदा होए। वो तो भी अगे चले गए, कहते जी ये तां रब दा रूप से अपने तौर पर ही प्रगट हो गए। तुसीं बहुत सूझवान बंदे हो कि अजे तक कोई किते सुनिया विग्यानक ढंग से सोचना सुनिया फिर भंडो बाहरों कोई होया? कोई माता पिता के मेल तो बिना कोई बाल होया? मात पिता बिना बाल ना होई। सो इहो जिहे अंध विश्वास हुण भी मंनी जांदे ने। विज्ञान इहो तर्क सिखाउंदा है कि असीं हर जिहड़ा ਸਾਹਿਤ है उस तो तर्क ते दलीलां दे नाल परखीए तां ही लोकां दे विच परोसीए। यही मेरी बेनती तुहानूं सारिआं नूं। वाल्मीकि होर भी कोई 4 लिखी जांदा है, कोई 6 लिखी जांदा है, कई 7 लिखी जांदे ने। वाल्मीकि होर भी होए पर वो असल वाल्मीकि सी। इन्हां ने बड़ी चुस्ती दे नाल लाल बेग उस वाल्मीकि बना तो। लाल बेग कौन है? ये लाल बेग एक बहुत चुस्त चलाक आदमी सी। ये बहुत जल्दी बदलता सी। एक मकार, झूठा, विषयी, रंग बदलू, दल बदलू व्यक्ति से। उस समय अंध विश्वासियों यह कहा गया कि यही वाल्मीकि है, उसका प्रचार किया गया। ये वाल्मीकि की जिहड़ी मनौत है इसनूं असीं मन्नण नूं तैयार नहीं हाँ। ये भी कहण लग पे कि रामायण इन्हां ने लिखी है। हुण तुसीं सारे देख के बैठे हो, जिहड़ा कारज है लिखण दा, पढ़न दा, ये कोई सौखा कारज थोड़ा है। इहो जिहा बंदा किवें लिख सकदा है? इन्हां ने कई अज भी इसकी मानता हैगी है। इन्हां ने लाल कपड़े पाउंदे हुंदे, इहदे अनुयायी हुण भी पाउंदे ने। कदे तां इह शाह बन जांदे, कदे हिंदू बन जांदे, कदे फकीर बन जांदे, लालां वाला ही कहण लग पे। ये लाल बेग का इन्ना प्रचार होया कि अज भी जिहड़े साडे वाल्मीकि भरा ने मजहबी सिख तां नहीं बनदे, वो अजे भी लाल बेग। इसके बारे थोड़ी जी गल मैं बाद भी सुनाऊंगा, क्योंकि इन्हों ने जब गुरु के तौर पर पेश करता तो जी असल है, असल तो नकल बना दी। भारत की यह त्रासदी है कि भारत में असल घट जाती है, नकल बढ़ जाती है। सो इन्हों के बारे कथावां भी जुड़िया हुई। इन्हों के जीवन बारे एक मैं छोटी जी कथा जी प्रचलित है वो दसदा है।
ਕਿ ਇਹਨਾਂ ਦਾ ਨਾਮ ਰਤਨਾਕਰ ਸੀ, ਵਿਆਹਿਆ ਹੋਇਆ ਸੀ। ਕਮਾਲ ਦੀ ਗੱਲ ਹੈ, ਕਹਿੰਦੇ ਵਿਆਹਿਆ ਹੋਇਆ ਸੀ, ਇਹ ਜੰਗਲਾਂ ਦੇ ਵਿੱਚ ਰਹਿੰਦੇ ਸੀ, ਡਾਕੇ ਮਾਰਦੇ ਸਨ, ਲੋਕਾਂ ਨੂੰ ਰਾਹਗੀਰੀਆਂ ਨੂੰ ਲੁੱਟਦੇ ਸਨ। ਉਹ ਜੰਗਲ ਦੇ ਵਿੱਚ ਦੇਵਰਸ਼ੀ ਨਾਰਦ ਜੀ ਆਏ। ਨਾਰਦ ਜੀ ਨੂੰ ਇਹਨਾਂ ਨੇ ਘੇਰ ਲਿਆ, ਲੁੱਟਣ ਨੂੰ, ਕਿਉਂਕਿ ਲੁਟੇਰੇ ਸੀ। ਨਾਰਦ ਜੀ ਨੇ ਇਹਨਾਂ ਨੂੰ ਕਿਹਾ ਕਿ ਜੋ ਕੁਝ ਤੁਸੀਂ ਕਰ ਰਹੇ ਹੋ, ਕੀ ਇਹਦੇ ਪਾਪਾ ਦੇ ਵਾਸਤੇ ਤੁਹਾਡੇ ਕੋਲ ਭਾਗੀ ਬਣੂਗਾ? ਉਹ ਕਹਿੰਦੇ ਹਾਂ, ਮੇਰਾ ਜਿਹੜਾ ਹੈ ਮਾਤਾ ਪਿਤਾ ਤੇ ਮੇਰੇ ਘਰ ਵਾਲੀ ਉਹ ਭਾਗੀ ਬਣਨਗੇ। ਪਰ ਉਹਨਾਂ ਨੇ ਜਵਾਬ ਦਿੱਤਾ ਕਿ ਨਾਰਦ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ। ਉਸ ਉਪਦੇਸ਼ 'ਚ ਕਹਿੰਦੇ ਇਹ ਭਗਤੀ ਕਰਨ ਲੱਗ ਪਏ। ਮੈਂ ਥੋੜਾ ਜਿਹਾ ਸ਼ਾਰਟ ਕਰਦਾ। ਇੱਕ ਕਥਾ ਇਹ ਵੀ ਪ੍ਰਚਲਿਤ ਹੈ ਕਿ ਇਹ ਪ੍ਰਚੇਤਾ ਜੀ ਦੇ ਪੁੱਤਰ ਸਨ। ਦੇਖੋ ਕੈਸੀ ਗੱਲ ਹੈ, ਬਚਪਨ ਵਿੱਚ ਇਹਨਾਂ ਨੂੰ ਇੱਕ ਭੀਲ ਚੁਰਾ ਕੇ ਲੈ ਗਿਆ। ਕਿਉਂਕਿ ਕੋਲ ਮੰਗੋਲ ਦਰਾਵੜ ਭੀਲ ਨਾਗਵੰਸ਼ੀ ਇਹ ਭਾਰਤ ਦੇ ਵਾਸੀ ਨੇ। ਸੋਚਣ ਵਾਲੀ ਗੱਲ ਹੈ ਕਿ ਰਾਜੇ ਦੇ ਪੁੱਤਰੋਂ ਇੱਕ ਭੀਲ ਚੁਰਾ ਕੇ ਲੈ ਗਿਆ ਤੇ ਉਸ ਨੇ ਇਹਨਾਂ ਨੂੰ ਡਾਕੂ ਬਣਾ ਦਿੱਤਾ। ਜਿਹੜੇ ਰਤਨਾਕਰ ਸੀ ਇਹ ਹੱਤਿਆ ਕਰ ਦਿੰਦੀ, ਜੰਗਲ ਵਿੱਚ ਰਹਿੰਦੇ ਸੀ। ਇਹ ਰਸਤੇ ਤੋਂ ਲੰਘਦੇ ਲੋਕਾਂ ਨੂੰ ਲੁੱਟ ਲੈਂਦੇ ਸੀ। ਗੁਜ਼ਾਰਾ ਇਹਨਾਂ ਦਾ ਇਸੇ ਤਰ੍ਹਾਂ ਸੀ। ਇਹਨਾਂ ਨੂੰ ਜਦ ਪੁੱਛਿਆ ਗਿਆ ਵੀ ਤੁਸੀਂ ਇਹ ਕੰਮ ਕਿਉਂ ਕਰਦੇ ਹੋ, ਕਹਿੰਦੇ ਜੀ ਮੇਰੇ ਨਾਲ ਮੈਂ ਫੌਜ 'ਚ ਸੀ, ਮੇਰੇ ਨਾਲ ਧੱਕਾ ਹੋਇਆ। ਰਿਸ਼ੀ ਨਾਰਦ ਜੀ ਕਹਿੰਦੇ ਭਾਈ ਇਹ ਧੱਕਾ ਹੋਇਆ ਤਾਂ ਧੱਕੇ ਨਾਲ ਇਹ ਜਵਾਬ ਨਹੀਂ ਦਿੱਤਾ ਜਾ ਸਕਦਾ, ਚੰਗਿਆਈ ਦੇ ਨਾਲ ਜਵਾਬ ਦਿੱਤਾ ਜਾ ਸਕਦਾ। ਉੱਥੇ ਵੀ ਆਪਣੇ ਮਾਂ-ਬਾਪ ਨੂੰ ਪੁੱਛਣ ਲੱਗੇ। ਪਤਨੀ ਕਹਿੰਦੀ ਭਾਈ ਮੈਨੂੰ ਤੂੰ ਵਿਆਹ ਕੇ ਲਿਆ, ਤੇਰਾ ਫਰਜ਼ ਬਣਦਾ ਕਿਸ ਢੰਗ ਨਾਲ ਤੁਹਾਨੂੰ ਰੋਟੀ ਖਵਾਉਣੀ ਆ। ਮਾਤਾ ਪਿਤਾ ਕਹਿੰਦੇ ਮੈਂ ਅਸੀਂ ਤੁਹਾਨੂੰ ਪਾਲੇ, ਤੁਸੀਂ ਕਿਸ ਢੰਗ ਨਾਲ ਸਾਡੀ ਪਾਲਣਾ ਕਰਦੇ ਹੋ। ਇਹ ਹੈ ਜਿਹੜੇ ਪਾਪ ਕਰਦਾ ਇਹਦੇ ਵਿੱਚ ਅਸੀਂ ਭਾਗੀ ਦਿੰਦੇ। ਸੋ ਇੱਥੇ ਜਿਹੜਾ ਹੈ ਨਾਰਦ ਜੀ ਨੇ ਇਹਨਾਂ ਨੂੰ ਕਿਹਾ ਵੀ ਭਾਈ ਤੂੰ ਰਾਮ ਜਪ, ਨਾਮ ਜਪ। ਉਸ ਨਾਮ ਜਪ ਫਿਰ ਇਹਨਾਂ ਨੇ ਤਪੱਸਿਆ ਕੀਤੀ ਅਤੇ ਮਹਾ ਰਿਸ਼ੀ ਬਣ ਗਏ। ਹੁਣ ਉਸ ਸਮੇਂ ਦੇ ਰਾਜਨੀਤਿਕ ਤੇ ਸਮਾਜਿਕ ਪਰਿਸਥਿਤੀਆਂ ਕਿਹੋ ਜਿਹੀਆਂ ਸੀ। ਇੱਕ ਸਾਹਿਤਕਾਰ ਨੂੰ ਹਮੇਸ਼ਾ ਅਸੀਂ ਜਾਂ ਸਮਾਜ ਦੇ ਵਿੱਚ ਵਿਚਰਦੇ ਹਾਂ ਤਾਂ ਸਾਨੂੰ ਉਹਨਾਂ ਪਰਿਸਥਿਤੀਆਂ ਦਾ, ਧਾਰਮਿਕ ਰਹੁ ਦਾ, ਸੰਸਕ੍ਰਿਤੀ ਦਾ ਬਹੁਤ ਧਿਆਨ ਰੱਖਣਾ ਪੈਂਦਾ। ਤਾਂ ਹੀ ਅਸੀਂ ਅੱਜ ਕੱਲ੍ਹ ਇਸ ਤੇ ਆਪਾਂ ਲਿਖ ਸਕਦੇ ਹਾਂ, ਤਾਂ ਹੀ ਲੋਕਾਂ ਨੂੰ ਕਰ ਸਕਦੇ। ਉਸ ਸਮੇਂ ਪਰਿਸਥਿਤੀਆਂ ਦੇਖਣੀਆਂ ਪੈਂਦੀਆਂ ਸਨ। ਸਾਡਾ ਜਿਹੜਾ ਸਮਾਜ ਹੈ ਕਬੀਲਿਆਂ ਵਿੱਚ, ਵੰਸ਼ਾਂ ਵਿੱਚ ਵੰਡਿਆ ਹੋਇਆ ਸੀ। ਭਾਰਤ ਦੇ ਵਿੱਚ ਆ 4 ਜਾਤਾਂ ਜਿਹੜੀਆਂ ਰਹਿੰਦੀਆਂ ਸੀ ਉਹ ਸੀ ਨਾਗਵੰਸ਼ੀ ਤੇ ਤਕੜੇ ਸੀ। ਨਾਗਪੁਰ ਦੇ ਵਿੱਚ ਇਹਦਾ ਜਿਹੜਾ ਵਸਾਇਆ ਬਹੁਤ ਵੱਡਾ ਇਹਨਾਂ ਦਾ ਅਧਿਆਪਕ ਕੇਂਦਰ, ਅੱਜ ਵੀ RSS ਦਾ ਉੱਥੇ ਬਹੁਤ ਵੱਡਾ ਕੇਂਦਰ ਹੈ। ਨਾਗਪੁਰ 5000 ਬੰਦਾ ਹੈਗੜੇ ਭਵਨ ਦੇ ਵਿੱਚ ਬੈਠਾ ਹੈ, ਜਿਹੜਾ ਕਿ ਉਹ ਪਾਲਿਸੀਆਂ ਬਣਾਉਂਦਾ। ਜਿਹੜੀਆਂ ਪਾਲਿਸੀਆਂ ਸਾਡੇ ਹੱਕ 'ਚ ਨਹੀਂ ਹਨ, ਇਹ ਮੋਦੀ ਉਹਦੀ ਪਾਲਿਸੀਆਂ ਨਹੀਂ ਬਣਾਉਂਦੇ, ਇਹ ਤਾਂ ਉੱਥੇ ਬਣ ਕੇ ਆਉਂਦੀਆਂ ਨੇ ਤਾਂ ਲਾਗੂ ਹੀ ਕਰਦੇ। ਸੋ ਉੱਥੇ ਹੀ ਮਹਾਤਮਾ ਬੁੱਧ ਜੀ ਨੇ ਨਾਗਪੁਰ ਦੇ ਵਿੱਚ ਆਪਣੇ ਬੌਧੂ ਭਿਕਸ਼ੂ ਭੇਜੇ ਸੀ। ਉਹ ਬਹੁਤ ਵੱਡਾ ਜਿਹੜਾ ਹੈਗਾ ਕੇਂਦਰ ਬਣਿਆ। ਅਗਲੀ ਗੱਲ ਜਿਹੜੀ ਹੈ, ਡਾਕਟਰ ਅੰਬੇਦਕਰ ਸਾਹਿਬ ਨੇ ਵੀ ਨਾਗਪੁਰ ਦੇ ਵਿੱਚ 7 ਲੱਖ ਲੋਕਾਂ ਨੂੰ 14 ਅਪ੍ਰੈਲ 1956 ਨੂੰ ਉੱਥੇ ਆਪ ਬੁੱਧ ਧਰਮ ਦੀ ਦੀਕਸ਼ਾ ਲਈ ਅਤੇ ਬੁੱਧ ਧਰਮ ਦੀ ਦੀਕਸ਼ਾ ਲੋਕਾਂ ਨੂੰ ਦਿੱਤੀ। ਅਗਲੇ ਦਿਨ ਵੀ 1.5 ਲੱਖ ਆ ਗਿਆ। 10 ਲੱਖ ਲੋਕਾਂ ਨੇ ਉੱਥੇ ਇਹ ਦੀਕਸ਼ਾ ਦੇ। ਨਾਗਪੁਰ ਦਾ ਇਹ ਇਤਿਹਾਸ ਹੈਗਾ। ਤੇ ਇੱਥੇ ਹੀ 13 ਅਕਤੂਬਰ 1956 ਨੂੰ ਬਹੁਤ ਵੱਡੇ ਇਕੱਠ 'ਚ ਡਾਕਟਰ ਅੰਬੇਦਕਰ ਸਾਹਿਬ ਨੇ ਇੱਥੇ ਇੱਕ ਨਵੀਂ ਪਾਰਟੀ ਬਣਾਈ। ਨਾ ਨਾਂ ਰੱਖਿਆ ਰਿਪਬਲਿਕਨ ਪਾਰਟੀ ਆਫ ਇੰਡੀਆ। ਤੇ ਜਿਹੜੇ 10 ਲੱਖ ਲੋਕ ਸੀ ਉਹ ਇਹਨਾਂ ਦੇ ਮੈਂਬਰ ਵੀ ਬਣ ਗਏ। ਭਾਰਤੀ ਲੋਕ ਨੇ ਜਿਹੜੇ ਇਹ ਸ਼ੂਦਰ ਨਹੀਂ, ਇਹਨੂੰ ਬਣਾਇਆ ਗਿਆ ਅਤੇ ਇਹ ਨਾਗਵੰਸ਼ੀ ਰਾਜੇ ਸੀ। ਅਸੀਂ ਮੂਲ ਭਾਰਤੀ ਹਾਂ, ਮੂਲ ਨਿਵਾਸੀ ਹਾਂ।
ਦਲਿਤ ਤਾਂ ਸਾਨੂੰ ਕਿਹਾ ਗਿਆ, ਜਾਤ ਪਾਤ ਦੀ ਪ੍ਰਥਾ ਨੇ ਇੰਨਾ ਨੁਕਸਾਨ ਕੀਤਾ ਕਿ ਜਿਹੜੀ ਅਸੀਂ ਕਈ ਸੌ ਸਾਲ ਦੀ ਗੁਲਾਮੀ ਚੱਲੀ ਹੈ ਉਹ ਸਿਰਫ ਤੇ ਸਿਰਫ ਆਜ਼ਾਦੀਵਾਦ ਬਾਰੇ। ਹੁਣ ਵਾਲਮੀਕੀ ਜੀ ਆਪਾਂ ਆਤਮਿਕ ਵਿਚਾਰ ਕਰਦੇ ਆ, ਵੱਖ-ਵੱਖ ਵਿਦਵਾਨਾਂ ਨੇ ਰਿਸ਼ੀ ਜੀ ਬਾਰੇ ਵੱਖ-ਵੱਖ ਵਿਚਾਰ ਦਿੱਤੇ। ਆਪਣੇ ਨੇੜਿਆ ਗੁਆਰੇ ਤੋਂ ਆਪਣੇ ਲੇਖਕ ਭਾਈ ਜਾਣਦੇ ਹੋਣਗੇ, ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਇੱਥੇ ਹੋਏ ਨੇ। ਇਹਨਾਂ ਨੇ ਆਪਣੀ ਕਿਤਾਬ ਇੱਕ ਲਿਖੀ ਹੈ ਮਜ਼੍ਹਬੀ ਸਿੱਖਾਂ ਦਾ ਇਤਿਹਾਸ। ਉਹਦੇ ਸਫਾ ਨੰਬਰ 35 ਪੜ੍ਹਿਆ ਮੈਂ 36-37। ਇਹਨਾਂ ਦੇ ਵਾਲਮੀਕ ਜੀ ਨੂੰ ਇਹ ਵੀ ਬ੍ਰਾਹਮਣ ਲਿਖਦੇ ਨੇ। ਕਹਿੰਦੇ ਇਹਨਾਂ ਨੇ 18 ਪੁਰਾਣ ਸੀ। ਕਹਿੰਦੇ ਪਦਮ ਪੁਰਾਣ ਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਹੈ ਕਿ ਇਹ ਬ੍ਰਾਹਮਣ ਸੇ ਔਰ ਉਹਦਾ ਇਸ ਤੋਂ ਵੀ ਅੱਗੇ ਕਰਕੇ ਜਦ ਆਪਾਂ ਪਹਿਲਾਂ ਗੱਲ ਕਰ ਰਹੇ ਵੀ 10,000 ਸਾਲ ਪਹਿਲਾਂ ਹੋਏ। ਉਹ ਕਹਿੰਦੇ ਇਹ ਰਾਮਚੰਦਰ ਦੇ ਦਰਬਾਰ ਦੇ ਵਿੱਚ ਆਏ, ਰਾਮਚੰਦਰ ਤੋਂ ਬਹੁਤ ਸਾਰਾ ਧਨ ਪ੍ਰਾਪਤ ਕੀਤਾ। ਇਹ ਹਵਾਲਾ ਦਿੰਦੇ ਨੇ ਕਿਹੜੇ ਦਾ ਗ੍ਰੰਥ ਪਦਮ ਪੁਰਾਣ ਦਾ। ਉੱਥੋਂ ਇਹਨਾਂ ਨੇ ਧਨ ਲਿਆ, ਇੱਕ ਬਹੁਤ ਵੱਡਾ ਆਸ਼ਰਮ ਬਣਾਇਆ। ਫਿਰ ਉਹ ਕੋਈ 32 ਕੋਹ ਦੇ ਵਿੱਚ ਆਸ਼ਰਮ ਸੀਗਾ। ਇਹ ਲੋਕਾਂ ਦੇ ਆਪਣੇ ਇਹਨਾਂ ਦੇ ਵਿਚਾਰ ਨੇ। 20ਵੀਂ ਸਦੀ ਦੇ ਆਰੰਭ ਵਿੱਚ ਵਾਲਮੀਕੀਆਂ ਨੇ ਵਾਲਮੀਕ ਸਭਾ ਕੀਤੀ। ਉਹਨਾਂ ਦੇ ਵਿੱਚ ਇਹਨਾਂ ਨੇ ਇੱਕ ਆਪਣੇ ਆਪ ਨੂੰ ਬੜੇ ਚਲਾਕ ਲੋਕਾਂ ਨੇ, ਕਿਉਂਕਿ ਅਸੀਂ ਭਾਰਤੀ ਹਾਂ, ਇਹਨਾਂ ਨੂੰ ਵਾਲਮੀਕੀ ਹਿੰਦੂ ਅਖਵਾਉਣ ਲੱਗੇ। ਅੱਜ ਵੀ ਇਹੀ ਇੱਥੇ ਹਿੰਦੂ ਲਿਖਦੇ ਨੇ, ਪਰ ਜਿਹੜਾ ਇੱਕ ਤਬਕਾ ਵੱਖਰਾ ਹੋ ਗਿਆ ਉਹ ਮਜ਼੍ਹਬੀ ਸਿੱਖ ਲਿਖਦਾ, ਉਹ ਗੁਰੂ ਗ੍ਰੰਥ ਸਾਹਿਬ ਦਾ ਪੁਨਿਆਰੀ ਹੈ। ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਰ ਦੇ ਵਿੱਚ ਵਾਲਮੀਕ ਬਟਵਾਰਾ ਲਿਖਿਆ। ਇਸ ਤੋਂ ਮੈਂ ਜ਼ਿਆਦਾ ਨਹੀਂ ਕਹੂੰਗਾ। ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਦਿੱਤਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਰਵਿਦਾਸ ਜੀ ਦੀ ਬਾਣੀ ਤੇ 35ਵੀਂ ਸ਼ਲੋਕ ਦੇ ਵਿੱਚ ਲਿਖਿਆ ਕਿ ਰੇ ਚਿਤ ਚੇਤ ਅਚੇਤ ਕਾਹੇ ਰੇ ਵਾਲਮੀਕਿਓ ਦੇਖ, ਕਿਸ ਜਾਤੇ ਕੇ ਪਦ ਅਮਰਿਓ ਰਾਮ ਭਰਤ ਵਿਸੇਕ। ਇੱਥੇ ਰਾਮ ਹੈ ਜਿਹੜਾ ਗੁਰਬਾਣੀ ਦੇ ਵਿੱਚ ਪਾਉਂਦਾ, ਉਸ ਅਕਾਲ ਪੁਰਖ ਨੂੰ ਰਾਮ ਦੇ ਨਾਮ ਨਾਲ ਹੀ ਪੁਕਾਰਿਆ ਗਿਆ ਹੈ। ਹੁਣ ਇੱਥੇ ਸੀਤਾ ਜੀ ਦਾ ਆਗਮਨ, ਰਾਮਚੰਦਰ ਜੀ ਨੇ ਸੀਤਾ ਦੀ ਅਗਨੀ ਪ੍ਰੀਖਿਆ ਲਈ ਬਾਅਦ ਦੇ ਵਿੱਚ ਵੀ ਦੇਸ਼ ਨਕਾਰਾ ਦੇ ਦਿੱਤਾ, ਜਦੋਂ ਕਿ ਉਸ ਸਮੇਂ ਉਹ ਗਰਭਵਤੀ ਸੀ। ਸੀਤਾ ਨੇ ਰਿਸ਼ੀ ਜੀ ਦੇ ਆਸ਼ਰਮ ਵਿੱਚ ਆ ਕੇ ਸਰਨ ਲਈ। ਇਹਨਾਂ ਦੇ 2 ਬੱਚੇ ਪੈਦਾ ਹੋਏ। ਉਹਨਾਂ ਦਾ ਨਾਮ ਲਵ ਤੇ ਕੁਛ ਰੱਖਿਆ, ਲਾਹੌਰ ਤੇ ਕਸੂਰ ਇਹਨਾਂ ਨੇ ਬਣਾਇਆ। ਇਹ ਕਿਉਂ ਉਹਨਾਂ ਨੂੰ ਦੇਸ਼ ਨਕਾਰਾ ਦੇਣਾ ਪੈ ਗਿਆ? ਰਾਮ ਜੀ ਰਾਤ ਨੂੰ, ਸਾਰੇ ਰਾਜੇ ਰਾਤ ਨੂੰ ਗਸ਼ਤ ਕਰਦੇ ਸਨ। ਉਹ ਕਹਿੰਦੇ ਧੋਬੀ ਆਪਣੀ ਪਤਨੀ ਦੇ ਨਾਲ ਲੜ ਰਿਹਾ ਸੀ, ਕੁੱਟ ਰਿਹਾ ਸੀ। ਮੈਂ ਇਹ ਨਹੀਂ ਹਾਂ, ਮੈਂ ਰਾਮ ਨਹੀਂ ਹਾਂ। ਉਹਨਾਂ ਨੇ ਇਹਦਾ ਬਾ ਕਿੱਸਾ ਪੜ੍ਹਿਆ ਹੈ ਕਿ ਕਿਸੇ 'ਚ ਲਿਖਿਆ ਹੈ, ਧੋਬੀ ਨੇ ਕੋਲ ਨਾਰ ਦੇ ਗੱਲਾਂ ਫਿਰ ਕਰੀਆਂ ਸੀ, ਮੈਂ ਵੀ ਫਿਰ ਗਿਆ ਗਸਤ ਗਈਆਂ ਨਾ ਜਰੀਆਂ ਜੀ, ਸੀਨੇ ਨੂੰ ਚੀਰ ਚੱਲੀਆਂ। ਸਾਬਣ ਜਿਉ ਤਾਰ ਨੂੰ ਤੈਨੂੰ ਨਹੀਂ ਪਤਾ ਲਕਸ਼ਮਣ, ਤੂੰ ਐ ਅਣਭੋਲ ਜੀ। ਸੀਤਾ ਬਨਵਾਸ ਛੱਡਿਆ ਰੱਖਣੀ ਨਹੀਂ ਕੋਲ ਜੀ, ਸੀਤਾ ਨੂੰ ਲੈ ਜਾ ਵੀਰ ਨਾਮ। ਕਸੂਰ ਕੀ ਸੀ? ਇਹ ਬੁੱਧੀਮਾਨ ਬੈਠੇ ਹੋ, ਤੁਸੀਂ ਆਪ ਹੀ ਦੇਖੋ। ਇੱਥੇ ਇੱਕ ਗੱਲ ਹੋਰ ਵੀ ਬੜੀ ਵਰਣਨ ਕਰਨ ਵਾਲੀ ਹੈ ਕਿ ਲਵ ਕੁਸ਼ ਇੰਨੇ ਵਧੀਆ ਧਨੁਸ਼ਧਾਰੀ ਸੀ, ਕਿਉਂਕਿ ਜਿਹਨਾਂ ਦਾ ਗੁਰੂ ਤਕੜਾ ਹੋਵੇ ਉਹ ਗੁਰੂ ਨੇ ਸਿੱਖਿਆ ਦਿੱਤੀ। ਇਹਨਾਂ ਦੇ ਇੱਕ ਘੋੜਾ ਛੱਡਿਆ ਹੋਇਆ ਸੀ। ਉਹ ਕਹਿੰਦੇ ਵੀ ਜਿਹੜਾ ਘੋੜੇ ਨੂੰ ਪਕੜ ਲੂਗਾ ਉਹ ਘੋੜਾ ਉਹ ਜੰਗ ਕਰੂਗਾ। ਉਹ ਬੱਚੇ ਨੇ ਛੋਟੇ ਨੇ ਫੜ ਲਿਆ, ਉਹਨੂੰ ਪਤਾ ਹੀ ਨਹੀਂ ਲੱਗਿਆ। ਉਹ ਬੜੇ ਹੈਰਾਨ ਵੀ ਘੋੜਾ ਇੱਥੇ ਕੋਈ ਹੈ ਨਹੀਂ ਬੰਦਾ, ਇਹ ਘੋੜਾ ਪਕੜ ਕੇ ਕੌਣ ਲੈ ਗਿਆ? ਉਹਨਾਂ ਦੇ ਬੜਾ ਉਹਨਾਂ ਨੂੰ ਹੋਇਆ ਜਦੋਂ ਫਿਕਰ ਫੌਜ ਦੇ ਸੂਬੇਦਾਰਾਂ ਤੇ ਕਪਤਾਨਾਂ ਨੂੰ, ਕਹਿੰਦੇ ਅੱਖੀਂ ਦੇਖਦਿਆਂ ਹੀ ਘੋੜਾ ਚੜ ਗਿਆ ਕੀ ਅਸਮਾਨਾਂ ਨੂੰ। ਛੋਟੇ ਛੋਟੇ ਬੱਚਿਆਂ ਦੇ ਘੋੜਾ ਬਣ ਗਿਆ। ਜਦੋਂ ਖੋਜ ਕੀਤੀ, ਕਹਿੰਦੇ ਉਹ ਬੱਚਿਓ ਤੁਸੀਂ ਇਹਦੇ ਪੜ੍ਹਿਆ ਗੱਲ 'ਚ ਕੀ ਲਿਖਿਆ ਹੈ? ਕਹਿੰਦੇ ਹਾਂਜੀ। ਕਹਿੰਦੇ ਇਹ 'ਚ ਲਿਖਿਆ ਹੈ ਵੀ ਜਿਹੜਾ ਘੋੜਾ ਫੜ ਲੂਗਾ ਉਹ ਰਾਮ ਜੀ ਦੀਆਂ ਫੌਜਾਂ ਦੇ ਨਾਲ ਜੰਗ ਕਰੂਗਾ। ਕਹਿੰਦੇ ਅਸੀਂ ਤਿਆਰ ਹਾਂ।
ਕਨਫੀਡੈਂਸ, ਕਿੰਨਾ ਕਨਫੀਡੈਂਸ ਸੀ ਬੱਚਿਆਂ ਦੇ ਵਿੱਚ। ਇਹ ਮਹਾਰਿਸ਼ੀ ਵਾਲਮੀਕ ਜੀ ਦਾ ਹੀ ਭਰਿਆ ਹੋਇਆ ਸੀ ਜੰਗ ਲੜੀ। ਤੁਸੀਂ ਸਾਰੇ ਜਾਣਦੇ ਹੋ, ਸਾਰੇ ਫੌਜ ਮੋਰਸ਼ਤ ਹੋ ਗਏ। ਇਹ ਇਹਨਾਂ ਦੀ ਜਿਹੜੀ ਜੰਗ ਹੈ ਬਹੁਤ ਵੱਡਾ ਬਹਾਦਰੀ ਦਾ ਕਾਰਨਾਮਾ ਸੀ। ਹੁਣ ਇਹਨਾਂ ਦੀ ਵਾਲਮੀਕ ਜੀ ਦੀ ਸਾਹਿਤਕ ਦੇਣ ਕੀ ਹੈ, ਜੇ ਆਪਾਂ ਇਕੱਠੇ ਹੋਏ ਹਾਂ, ਬਸ 2 ਮਿੰਟ ਮੈਂ ਲਾਊਂਗਾ। ਵਾਲਮੀਕ ਜੀ ਨੇ ਰਾਮਾਇਣ ਲਿਖੇ, ਇਹ ਸਾਰੇ ਜਾਣਦੇ ਆ ਕਿ ਕਵਿਤਾ ਦੇ ਵਿੱਚ ਲਿਖੇ, ਛੰਦਬੰਦ ਕੀਤੇ। ਇਹ ਉਹਨਾਂ ਦੀ ਬਹੁਤ ਉਤਕ੍ਰਿਸ਼ਟ ਰਚਨਾ ਹੈ। ਉਸ ਸਮੇਂ ਦੇ ਵਿੱਚ ਕਿਸੇ ਚੀਜ਼ ਨੂੰ ਸਾਂਭਣ ਦੇ ਲਈ ਕਵਿਤਾ 'ਚ ਲਿਖਦੇ ਹੁੰਦੇ ਸੀ। ਇਹਨਾਂ ਨੇ ਕਾਵਿ ਨਾਟਕ ਲਿਖਿਆ। ਰਾਮਾਇਣ ਨੂੰ ਕੋਰਟਾਂ ਨੇ ਵੀ, ਇਲਾਹਾਬਾਦ ਹਾਈ ਕੋਰਟ ਨੇ ਵੀ ਇਹ ਕਰਤਾ ਕਿ ਇਹ ਕਾਵਿ ਨਾਟਕ ਹੈ। ਚਲੋ, ਇੱਕ ਹੋਰ ਰਚਨਾ ਇਹਨਾਂ ਨੇ ਲਿਖੀ ਹੈ, ਉਹ ਯੋਗ ਵਸਿਸ਼ਟ। 32,000 ਉਹਦੇ ਵਿੱਚ ਸ਼ਲੋਕ ਸਨ। 32,000 ਰਾਮਾਇਣ ਦੇ ਵਿੱਚ ਰੱਖਦੇ ਨੇ। ਹਾਂਜੀ, ਇਸ ਕਰਕੇ ਹੋਰਨਾਂ ਰਚਨਾਵਾਂ ਬਾਰੇ ਵੀ ਇਹਨਾਂ ਨੇ ਵਿਆਕਰਨ ਲਿਖੇ। ਰਤਨਾਕਰ ਤੋਂ ਇਹਨਾਂ ਦਾ ਨਵਾਂ ਵਿਆਕਰਨ ਪੈ ਗਿਆ ਸੀ। ਵਿਆਕਰਨ, ਹੁਣ ਵਿਆਕਰਨ ਦੇ ਬਾਰੇ ਤੁਸੀਂ ਸਾਰਾ ਕੁਝ ਜਾਣਦੇ ਹੋ, ਤੇ ਇਹ ਤੇ ਮੈਂ ਬਹੁਤੀ ਗੱਲ ਨਹੀਂ ਕਰਨੀ ਸੀਗੀ। ਇਹ ਇੱਕ ਬਹੁਤ ਵੱਡੇ ਫਿਲਾਸਫਰ ਸੀ, ਬਹੁਤ ਵੱਡੇ ਰਿਸ਼ੀ ਸੀ, ਵਿਚਾਰਵਾਨ ਸੀਗੇ, ਇੱਕ ਮਹਾਨ ਕਵੀ, ਮਹਾਨ ਸੰਗੀਤਕਾਰ, ਮਹਾਨ ਸ਼ਸਤਰ ਤੇ ਸ਼ਾਸਤਰ ਵਿਦਿਆ ਵਿੱਚ ਨਿਪੁੰਨ। ਉਹ ਮਹਾਨ ਧਨੁਸ਼ਧਾਰੀ ਸਨ। ਲਵ ਕੁਸ਼ ਨੂੰ ਉਹਨਾਂ ਨੇ ਯੋਧੇ ਬਣਾਇਆ। ਉਹ ਇੱਕ ਬਹੁਤ ਵੱਡੇ ਆਚਰਣ ਵਾਲੇ ਵਿਅਕਤੀ ਸਨ। ਉਹਨਾਂ ਨੇ ਵਿਆਹ ਨਹੀਂ ਸੀ ਕਰਾਇਆ, ਪਰ ਉਸ ਆਸ਼ਰਮ ਦੇ ਵਿੱਚ, ਜਾਂ ਜਿਨ੍ਹਾਂ ਦੇ ਹੋਰ ਆਸ਼ਰਮ ਇਹਨਾਂ ਦੇ ਕਈ ਬਣਾਏ ਹੋਏ ਸੀ, ਉਹ ਆਸ਼ਰਮ ਦੇ ਵਿੱਚ ਪਰਿਵਾਰਾਂ ਸਮੇਤ ਲੋਕ ਰਹਿੰਦੇ ਸੀ। ਸੋ ਇਹ ਇਹਨਾਂ ਦੀ ਇੱਕ ਹੈ ਸੀ। ਉਹ ਬਹੁਤ ਚੇਤਨਾਵਾਦੀ ਸਨ, ਤਾਕਤ ਸੰਗਤ ਸੀ, ਪ੍ਰਯੋਗਵਾਦੀ ਸੀ। ਮੀਟਾਫੋਰ, ਪ੍ਰਤੀਕ ਉਹਨਾਂ ਨੇ ਬਹੁਤ ਵਰਤੇ ਨੇ। ਹਨੂੰਮਾਨ ਦੀ ਸ਼ਕਤੀ ਨੂੰ ਪ੍ਰਤੀਕ ਦੇ ਤੌਰ ਤੇ ਵਰਤਿਆ। ਸੋ ਇਹ ਬਹੁਤ ਵੱਡੇ ਹੈ ਸੀ। ਇੱਕ ਯੋਗ ਅਗਵਾਈਕਾਰ ਸੀ, ਤੀਰ ਅੰਦਾਜ਼ੀ ਸੀ। ਇਹਨਾਂ ਦੇ ਛੋਟੇ ਬਾਲਕਾਂ ਨੇ ਕਿੰਨਾ ਕਰਤੱਵ ਕਰਕੇ ਦਿਖਾਤਾ। ਇਹ ਬਹੁਤ ਵੱਡੇ ਵਿਦਿਅਕ ਆਸ਼ਰਮ ਬਣਾਏ ਹੋਏ ਸੀ। ਇਹਨਾਂ ਦੇ ਮਨ ਦੇ ਵਿੱਚ ਇਹ ਸੀ ਗੱਲ ਕਿ, ਇੱਕ ਮੈਂ ਹਿੰਦੀ ਦੀ ਕਿਤਾਬ 'ਚ ਪੜ੍ਹਿਆ ਸੀ, ਉਹ 'ਚ ਲਿਖਿਆ, ਜੈਸੇ 100 ਮੰਦਰ कांचन के उसार दीने, कांचन सोना, जैसे 100 मंदिर कांचन के उसार दीने, तैसा पुन गुर सिख को एक शब्द सताए। कितनी बड़ी गल, इन्हां दे दिमाग सी। भाई गुरदास जी भी कहा, जैसा पुन 100 गऊओं को दान दे देगा, तैसा पुन गुर सिख को एक शब्द सिखाएगा। एक शब्द की है, कदे फिर व्याख्या कर लांगे। ऋषि जी प्रगतिशील, प्रयोगवादी, समाजवादी ते विचारक सन। वो जात ते जमात रहत सन। वो एक समाज नूं उसारना चाहुंदे सी। उन्हां दा संकल्प सी कि जिवें गुरु रविदास जी ने लिखिआ है, बेगमपुरा टाइम लग जूगा, ये मैं दसदा नहीं। उसका कहते इहो जिहा दिल चाहिए जिहदे कोल टैक्स ना होवे, लुੱਟ ना होवे, जिथे मर्जी बंदा फिरे तुरे, किसी नूं कोई डर ना होवे, धी भैन रात नूं भी फिरन, इहो जिहा बेगमपुरा वो उसारना चाहुंदे सी। हुण रामायण दे बारे में थोड़ी जी गल करदे हां। रामायण की रचना एक अनोखी ते अलौकिक वडमुੱਲੀ संस्कृत भाषा दे विच लिखी हुई है। ये उन्हां दा काव्य ग्रंथ सी। इहदी सिरजना रामचंद्र जी के जन्म तो कुछ 10,000 साल पहला भगवान वाल्मीकि द्वारा की गई सी। इसका कोई सानी नहीं है। रामायण एक अनमोल ज्ञान प्रतीक, प्रयोगवादी, सिद्धांतवादी ग्रंथ है। उस ग्रंथ की कोई बराबरी नहीं की जा सकती। ये माता पिता की सेवा, पुत्र का फर्ज, मां की ममता, राजे का दूजे राजे प्रति फर्ज, गुरु का आदर सत्कार, प्रमुख
ਅੱਗੇ ਇਹਨਾਂ ਇੱਥੇ ਆਸ਼ਰਮ ਦੇ ਵਿੱਚ ਉਹ ਅਧਿਆਤਮਕ ਵਿਦਿਆ ਵੀ ਦਿੱਤੀ ਜਾਂਦੀ ਸੀ। ਇਹਨਾਂ ਦਾ ਬਹੁਤ ਵੱਡਾ ਜ਼ਬਰਦਸਤ ਇਹ ਵਿਸ਼ਾ ਸੀ। ਇਹਨਾਂ ਨੇ ਆਪ ਕਸ਼ਟ ਝੱਲ ਕੇ ਇਹ ਦਿੱਤਾ ਸੁਨੇਹਾ ਵੀ ਜਿਹੜਾ ਕਸ਼ਟ ਹੈ ਉਹਨੂੰ ਕਸ਼ਟ ਤੋਂ ਬਿਨਾਂ ਕਰਮ ਨਹੀਂ ਹੁੰਦਾ। ਕਰਮ ਕਰਦੇ ਹਾਂ, ਅਸੀਂ ਕਿਰਿਆ ਕਰਦੇ ਹਾਂ, ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੋਈ ਸਭ ਤੋਂ ਗਾਹੇ ਉਗਾਹੇ ਗਲਤ ਵੀ ਹੋ ਜਾਂਦੇ ਆ, ਪਰ ਇੱਕ ਵਿਧੀ ਵਿਧਾਨ ਨੂੰ ਮੰਨਦੇ ਸੀ। ਉਸ ਵਿਧੀ ਵਿਧਾਨ ਨੂੰ ਕਹਿੰਦੇ ਬਦਲਿਆ ਨਹੀਂ ਜਾ ਸਕਦਾ। ਹਰ ਪਰਿਵਾਰ ਨੂੰ ਇਹਨਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ, ਕਿਉਂਕਿ ਸਮਾਜ ਸੁਧਾਰ ਲਈ ਲਾਸਟ ਬਸ 2-3 ਕਰੀ ਗੱਲਾਂ। ਹੁਣ ਅਗਲਾ ਆਪਾਂ ਯੋਗ ਵਸਿਸ਼ਟ ਦੇ ਰਮਾਇਣ ਬਾਰੇ ਤਾਂ ਸੁਣਦੇ ਨੇ, ਯੋਗ ਵਸਿਸ਼ਟ ਬਾਰੇ ਲੋਕਾਂ ਨੂੰ ਬਹੁਤ ਘੱਟ। ਹਾਂਜੀ, ਯੋਗ ਵਸਿਸ਼ਟ ਹੈ ਜਿਹੜਾ ਇਹ ਇਹਨਾਂ ਦੀ ਬਹੁਤ ਵੱਡੀ ਰਚਨਾ ਹੈ। ਇਹ ਭਗਵਾਨ ਵਾਲਮੀਕੀ ਦੁਆਰਾ ਗ੍ਰੰਥ ਲਿਖਿਆ ਗਿਆ। ਇਹਨਾਂ ਨੇ ਰਚਨਾ ਇਹਦੀ ਕੀਤੀ। ਇਸ ਨੂੰ ਅੱਗੇ ਮਹਾਰਮਾਇਣ ਵੀ ਕਿਹਾ ਜਾਂਦਾ ਸੀ। ਇਸ ਵਿੱਚ ਅਧਿਆਤਮਵਾਦ, ਗਿਆਨ, ਵਿਗਿਆਨ ਦਾ ਵਿਸਤਾਰ ਹੈ। ਇਹਨਾਂ ਨੂੰ ਸਮਝਣਾ ਕੋਈ ਆਸਾਨ ਨਹੀਂ। ਇਹ ਰਚਨਾ ਸੰਸਕ੍ਰਿਤ ਵਿੱਚ ਕੀਤੀ ਗਈ ਹੈ। ਇਸ ਵਿੱਚ ਕਥਾ ਪ੍ਰਸੰਗ ਹੈ, ਰਾਮ ਜਨਮ ਬਾਰੇ ਹੈ, ਰਾਜਾ ਅਰਿਸ਼ਟਨੇਮੀ ਦੇ ਅਧਿਐਨ ਬਾਰੇ, ਮਾਧਿਅਮ ਬਾਰੇ, ਗਿਆਨ ਬਾਰੇ, ਜਗਤ ਦੀ ਰਚਨਾ ਬਾਰੇ, ਦੁੱਖਾਂ ਦੇ ਕਾਰਨ ਬਾਰੇ, ਜੀਵਨ ਅਤੇ ਮੌਤ ਬਾਰੇ, ਮੌਤ ਤੋਂ ਬਾਅਦ ਵੀ ਕਿਵੇਂ ਸਾਡੇ ਨਾਲ ਹੁੰਦਾ, ਇਹ ਵੀ ਉਹਦੇ ਵਿੱਚ ਯੋਗ ਵਸਿਸ਼ਟ ਦੇ ਵਿੱਚ ਲਿਖਿਆ ਹੈ। ਉਹਨਾਂ ਨੇ ਕਰਮਾਂ ਦੇ ਫਲ ਨੂੰ ਦੱਸਿਆ। ਇੰਨਾ ਗਿਆਨ ਕਿਸੇ ਹੋਰ ਗ੍ਰੰਥ ਦੇ ਵਿੱਚ ਨਹੀਂ ਮਿਲਦਾ। ਇਹ ਗ੍ਰੰਥ ਨੂੰ ਪੜ੍ਹਨ ਤੇ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਕੋਈ ਬਹੁਤੇ ਗ੍ਰੰਥਾਂ ਨੂੰ ਪੜ੍ਹਨ ਦੀ ਲੋੜ ਨਹੀਂ ਹੁੰਦੀ। ਯੋਗ ਵਸਿਸ਼ਟ ਨੂੰ ਹੀ ਮਹਾਰਮਾਇਣ ਕਿਹਾ ਗਿਆ। ਇੱਕ ਦਾਰਸ਼ਨਿਕ ਗ੍ਰੰਥ ਹੈ, ਨਿਚੋੜ ਹੈ, ਜੀਵਨ ਦਾ ਨਿਚੋੜ ਹੈ। ਇਹਨਾਂ ਨੂੰ ਬਹੁਤ ਪੜ੍ਹਨ ਦੀ ਲੋੜ ਹੈ। ਲੇਕਿਨ ਰਿਗਵੇਦ ਅਤੇ ਹੋਰ ਗ੍ਰੰਥਾਂ ਦੇ ਵਿੱਚ, ਭਾਗਵਤ ਪੁਰਾਣ ਦੇ ਵਿੱਚ ਵੀ ਇਹਨਾਂ ਦਾ ਜ਼ਿਕਰ ਆਉਂਦਾ ਹੈ। ਜਿਹੜਾ ਭਗਤੀ ਕਰਨੀ ਹੋਵੇ ਤਾਂ ਭਾਗਵਤ ਪੁਰਾਣ, ਕਰਮਯੋਗੀ ਬਣਨਾ ਹੋਵੇ ਤਾਂ ਗੀਤਾ, ਅੱਛੇ ਕੰਮ ਕਰੀ ਚਲੋ, ਪਰਮਾਤਮਾ ਦੇ ਫਲ ਆਪੇ ਹੀ ਛੱਡ ਦਿਓ। ਯੋਗਕ ਬਣਨਾ ਹੋਵੇ ਤਾਂ ਪਤੰਜਲੀ ਯੋਗ ਆਸ਼ਰਮ, ਮਿਰਤੂ ਦੇ ਬਾਅਦ ਅਸ਼ਟਾਵਰਗ ਗੀਤਾ, ਸੂਖਸ਼ਮ ਗਿਆਨੀਆਂ ਦੇ ਲਈ ਮੈਂ ਲਾਸਟ 'ਚ ਗੱਲ ਕਹਿ ਰਿਹਾ, ਉਹਨਾਂ ਵਾਸਤੇ ਯੋਗ ਵਸਿਸ਼ਟ। ਸੋ ਇਹਨਾਂ ਨੇ ਜੋ ਕੁਝ ਲਿਖਿਆ ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਪਰ ਇੱਕ ਸਾਡੀ ਬਹੁਤ ਵੱਡੀ ਤਰਾਸਦੀ ਹੈ ਤੇ ਮੈਂ ਗੱਲ ਜ਼ਰੂਰ ਕਰਨੀ ਹੈ। ਸਾਹਿਤਕਾਰਾਂ ਲਈ ਬਹੁਤ ਵੱਡਾ ਖੋਜ ਕਾਰਜ ਹੈ, ਪਰ ਸਾਨੂੰ ਸ਼ੁੱਧ ਇਤਿਹਾਸ, ਸ਼ੁੱਧ ਸਾਹਿਤ ਪੜ੍ਹਨ ਨੂੰ ਨਹੀਂ ਮਿਲ ਰਿਹਾ। ਧੋਖੇਬਾਜ਼ ਬ੍ਰਾਹਮਣੀ ਵਿਚਾਰਧਾਰਾ ਦੇ ਲੋਕਾਂ ਨੇ ਆਪਣੇ ਹਿੱਤ ਦੇ ਵਿੱਚ ਮਿਥਾਸ ਨੂੰ ਹੀ ਇਤਿਹਾਸ ਬਣਾ ਕੇ ਪੇਸ਼ ਕਰਤਾ। ਛੋਟੀਆਂ ਤੇ ਮਨ ਘੜਤ ਕਥਾਵਾਂ ਜੋੜ ਲਈਆਂ। ਸਾਨੂੰ ਸਹੀ ਇਤਿਹਾਸ ਦਾ ਪਤਾ ਹੀ ਨਹੀਂ ਲੱਗਦਾ। ਜਿਵੇਂ 10ਵੇਂ ਗ੍ਰੰਥ ਬਹੁਤ ਕੁਝ ਲਿਖਤਾ। ਵਿਗਿਆਨਕ ਸੋਚ ਦੇ ਸਦਕਾ ਜਦੋਂ ਅਸੀਂ ਸਟੱਡੀ ਕਰਾਂਗੇ ਤਾਂ ਅਸੀਂ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਚੱਪੜ ਦੇ ਵਿੱਚੋਂ ਮੋਤੀ ਕੱਢ ਹੀ ਲਵਾਂਗੇ। ਇਹੀ ਸਾਹਿਤਕਾਰਾਂ ਦਾ ਫਰਜ਼ ਬਣਦਾ। ਕਹਿੰਦੇ ਹਨ ਕਿ ਜੇ ਕਿਸੇ ਕੌਮ ਨੂੰ ਨਸ਼ਟ ਕਰਨਾ ਹੋਵੇ ਤਾਂ ਉਸ ਦੇ ਪਹਿਲਾਂ ਕਲਚਰ ਨੂੰ ਨਸ਼ਟ ਕਰੋ, ਉਹਦੇ ਸਾਹਿਤ ਨੂੰ ਕਰ ਦਿਓ। ਇਹ ਜਿਹੜੀ ਹੈ ਇਹ ਕਿਤਾਬ ਜਿਹੜਾ ਹੈ, ਮੈਂ ਇਹਦੇ ਬਾਰੇ ਕਾਫੀ ਭੱਜ ਦੌੜ ਕੀਤੀ ਹੈ ਕਿ ਮੈਨੂੰ ਇਸ ਦਾ ਰਮਾਇਣ ਦਾ ਪਤਾ ਲੱਗ ਜੇ। ਉਹ ਕਹਿੰਦੇ ਅਸਲੀ ਰਮਾਇਣ ਹੀ ਨਹੀਂ ਹੈ, ਇਹ ਕਿੱਥੋਂ ਹੈਗੀ ਹੈ। ਇਹ ਕਹਿੰਦੇ ਕਿਸੇ ਉਹ ਕਲਚਰ ਖਤਮ ਕਰਦੇ, ਸੰਸਕ੍ਰਿਤੀ ਖਤਮ ਕਰਦੇ, ਸਭਿਅਤਾ ਖਤਮ ਕਰਦੇ। ਅੱਜ ਦਾ ਜਿਹੜੀ ਤਰਾਸਦੀ ਕੀ ਆ, ਸਾਡੀ ਬੋਲੀ ਨੂੰ ਵੀ ਖਤਮ ਕੀਤਾ। ਜਿਹੜਾ ਸਾਡੇ ਸਕੂਲ ਦਾ ਪਹਿਲੀ ਤੋਂ ਲੈ ਕੇ 10ਵੀਂ ਤੱਕ ਅੰਗਰੇਜ਼ੀ ਲਾਤੀ। ਉਹ ਕਦੋਂ ਅਸੀਂ ਮਾਤ ਭਾਸ਼ਾ ਦੇ ਵਿੱਚ ਹੋਵਾਂਗੇ? ਪਹਿਲਾਂ ਹੁੰਦਾ, ਮੈਂ ਤੁਹਾਡੇ ਕੋਲ ਪੜ੍ਹਿਆ, ਮੈਂ ਅੰਗਰੇਜ਼ੀ ਦਾ ਹੀ ਟੀਚਰ ਰਿਹਾ, ਡਬਲ ਐਮ ਏ ਆ, PGT ਇੰਗਲਿਸ਼ ਆ, ਮੈਂ LLB ਆ। ਮੈਂ 8ਵੀਂ ਤੋਂ ਲੈ ਕੇ 9ਵੀਂ ਤੇ 10ਵੀਂ 'ਚ ਅੰਗਰੇਜ਼ੀ ਪੜ੍ਹੀ ਆ ਬਸ। ਉਸ ਤੋਂ ਬਾਅਦ ਆਪਣਾ ਕੈਰੀਅਰ ਪ੍ਰਾਈਵੇਟ। ਸੋ ਅਸੀਂ ਇਸ ਗੱਲ ਤੇ ਜ਼ੋਰ ਲਾਈਏ, ਜਿਹੜੇ ਤੇ ਮੈਂ ਕਹਿਣਾ ਵੀ ਅਸੀਂ ਇਹੋ ਜਿਹੇ ਮਤੇ ਪਾਸ ਕੀਤੀਏ ਵੀ ਸਾਡੀ ਜਿਹੜੀ ਮੁੱਢਲੀ ਸਿੱਖਿਆ ਹੈ ਇਹ ਮਾਤ ਭਾਸ਼ਾ ਦੇ ਵਿੱਚ ਦਿੱਤੀ ਜਾਵੇ।
ਸੋ ਸੰਤੋਖ ਦੋ ਜੀ। ਇਹਨਾਂ ਦਾ ਮੈਂ ਰਾਮ ਤੀਰਥ ਗਿਆ ਸੀ, ਬਸ ਇੱਕੋ ਹੀ ਗੱਲ ਰਹਿ ਗਈ। ਉੱਥੇ ਮਹਾਂਪੁਰਸ਼ਾਂ ਨੇ ਬੜੇ ਦਰਸ਼ਨ ਕੀਤੇ, ਪ੍ਰਗਟਨਾਥ ਜੀ, ਮਲਕੀਤਨਾਥ ਜੀ, ਗੰਧਾਰੀਨਾਥ ਜੀ, ਨਛੱਤਰਨਾਥ ਜੀ। ਰਾਮ ਤੀਰਥ ਅੰਮ੍ਰਿਤਸਰ ਤੋਂ 12 ਕਿਲੋਮੀਟਰ ਅੱਗੇ ਹੈ। ਮੈਂ ਉਹ ਤੋਂ ਗਿਆ ਸੀ ਕੁਝ ਸਿੱਖਣ ਵੀ ਰਮਾਇਣ ਬਾਰੇ ਕੁਝ ਸਾਨੂੰ ਪਤਾ ਲੱਗ ਜਾਵੇ। ਉਹ ਪਰ ਉਹਨਾਂ ਨੇ ਜਿਹੜੀਆਂ ਮੈਨੂੰ ਕਥਾਵਾਂ ਸੁਣਾਈਆਂ, ਉਹ ਕਥਾਵਾਂ ਸੁਣੀਆਂ ਸੁਣਾਈਆਂ ਵੀ ਸੰਤ ਜੀ ਸਾਡੇ ਗੁਰੂ ਨੇ ਇਹ ਕੀਤਾ ਸੀ। ਹੁਣ ਮੇਰੀ ਬਹੁਤ ਵੱਡੀ ਵਧੀਕੀ ਹੋਊਗੀ ਜੇ ਮੈਂ ਇੱਕ ਗੱਲ ਨਾ ਕਰਾਂ। ਉਹ ਕੀ? ਸਰਦਾਰ ਬਲਜਾਰ ਸਿੰਘ ਸ਼ੌਂਕੀ, ਜੇ ਇਹਨਾਂ ਬਾਰੇ ਨਾ ਕੁਝ ਕਿਹਾ ਗਿਆ ਤਾਂ ਮਾੜੀ ਗੱਲ ਹੈ। ਇਹਨਾਂ ਨੇ ਮਹਾਰਿਸ਼ੀ ਵਾਲਮੀਕ ਜੀ ਦਾ ਵਿਅਕਤੀਤਵ ਇੱਕ ਪੁਨਰਝਾਤ ਲਿਖੀ ਹੈ। ਇਹਨਾਂ ਨੇ ਦੇਖ ਕੇ ਵਿਗਿਆਨਕ ਤੌਰ ਤੇ ਸੋਚ ਦੇ ਨਾਲ, ਤਰਕਸ਼ੀਲਤਾ ਦੇ ਆਧਾਰ ਤੇ ਸੋਚ ਵਿਚਾਰ ਕਰਕੇ ਇਹਨਾਂ ਨੇ ਨਿਖਾਰਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਦੀ ਇਹ ਬਹੁਤ ਵੱਡੀ ਮਹਾਨ ਖੋਜ ਹੈ। ਇਹ ਗਿਆਨ ਪੁਸਤਕ ਵਿੱਚੋਂ ਤੱਥਾਂ ਦੇ ਆਧਾਰ ਤੇ ਸਾਨੂੰ ਸੱਚਾਈ ਲੱਭਦੀ ਹੈ। ਇਹ ਸ਼ੁੱਧ ਸਾਹਿਤ ਮੰਨਦਾ ਜਿਹੜੀਆਂ ਮੈਂ ਹੋਰ ਕਿਤਾਬਾਂ ਪੜ੍ਹੀਆਂ ਨੇ ਉਹਨਾਂ ਨਾਲੋਂ ਵੱਧ ਗਿਆਨ ਇਹਨਾਂ ਦੀ ਕਿਤਾਬ ਦੇ ਵਿੱਚ ਹੈ। ਇਹ ਬਹੁਤ ਵਧਾਈ ਦੇ ਹੱਕ। ਮੈਂ ਦੁਬਾਰਾ ਫਿਰ ਸਾਹਿਤ ਸਭਾ ਧੂਰੀ ਦਾ ਬਹੁਤ ਵੱਡਾ ਸਤਿਕਾਰ ਕਰਦਾ ਹਾਂ, ਜਿਨ੍ਹਾਂ ਨੇ ਕਿ ਮੈਨੂੰ ਮੌਕਾ ਦਿੱਤਾ, ਤੇ ਮੈਂ ਸਾਡੇ ਸਰੋਤਿਆਂ ਦਾ ਵੀ ਬਹੁਤ ਸਤਿਕਾਰ ਕਰਦਾ ਹਾਂ, ਜਿਨ੍ਹਾਂ ਨੇ ਕਿ ਬੜੇ ਧਿਆਨ ਦੇ ਨਾਲ ਇਸ ਵਿਚਾਰਾਂ ਨੂੰ ਸੁਣਿਆ। ਵਾਹਿਗੁਰੂ ਜੀ ਕਾ ਖਾਲਸਾ।